ਕੁਛ ਦਿਨ ਪਹਿਲਾਂ ਇੱਕ ਗੁਰਮੁਖ ਪਿਆਰੇ ਨੇ ਲਿਖ ਕੇ ਪੁੱਛਿਆ ਹੈ। ਹੋ ਸਕਦਾ ਹੈ ਕਿਸੇ ਹੋਰ ਦਾ ਵੀ ਸਵਾਲ ਹੋਵੇ, ਗੌਰ ਨਾਲ ਸੁਣਿਓ। ਪ੍ਰਭੂ ਸਤਿ ਸ੍ਰੀ ਅਕਾਲ। ਮੇਰੇ ਮਨ ਵਿੱਚ ਇੱਕ ਸਵਾਲ ਬੜੇ ਦਿਨਾਂ ਤੋਂ ਚੱਲ ਰਿਹਾ ਹੈ। ਹੋਰ ਹਿੰਮਤ ਵੀ ਨਹੀਂ ਪੈ ਰਹੀ ਪੁੱਛਣ ਦੀ। ਅੱਜ ਪੁੱਛ ਹੀ ਰਿਹਾ ਹਾਂ ਆਖਰ, ਪਰ ਮੈਨੂੰ ਮਾफ़ ਜ਼ਰੂਰ ਕਰ ਦਿਓ। ਜਿਵੇਂ ਤੁਸੀਂ ਕਹਿੰਦੇ ਹੋ ਵੀ ਅਸੀਂ ਧਿਆਨ ਵਿੱਚ ਪਹੁੰਚ ਕੇ, ਜਿੱਥੋਂ ਤੱਕ ਧਿਆਨ ਵਿੱਚ ਪਹੁੰਚ ਕੇ ਪ੍ਰਾਣ ਛੱਡਦੇ ਹਾਂ, ਅਗਲਾ ਜਨਮ ਉਸ ਤੋਂ ਅੱਗੇ ਸ਼ੁਰੂ ਹੁੰਦਾ ਹੈ। ਪਰ ਪ੍ਰਭੂ, ਅਗਰ ਸਵਾਸ ਤੁਸੀਂ ਸਾਡੇ ਤੋਂ ਪਹਿਲਾਂ ਛੱਡ ਗਏ ਤਾਂ ਫਿਰ ਵੀ ਅਸੀਂ ਆਪ ਜੀ ਦੇ ਦੱਸੇ ਮੁਤਾਬਕ ਚੱਲ ਕੇ ਪਹੁੰਚ ਸਕਦੇ ਹਾਂ, ਜਾਂ ਸਾਨੂੰ ਫਿਰ ਕੋਈ ਸਰੀਰਕ ਗੁਰੂ ਚਾਹੀਦਾ ਹੀ। ਬਾਕੀ ਪਹਿਲਾਂ ਨਾਲੋਂ ਵੀ ਜ਼ਿਆਦਾ ਸੰਸਾਰ ਵਿੱਚ ਫਸ ਚੁੱਕਿਆ ਹਾਂ ਪ੍ਰਭੂ। ਹੁਣ ਤੇ ਪੈਸੇ ਨਾਲ ਪ੍ਰੇਮ ਵੀ ਵਧੀ ਜਾ ਰਿਹਾ ਹੈ, ਅਤੇ ਜਾਬ ਵਿੱਚ ਪ੍ਰਮੋਸ਼ਨ ਦੀ ਲਾਲਸਾ ਵੀ ਵਧੀ ਜਾ ਰਹੀ ਹੈ। ਪਰ ਕਦੇ ਕਦੇ ਸਭ ਛੱਡ ਕੇ ਨਿਸ਼ਚਿੰਤ ਹੋ ਜਾਣਾ ਹਾਂ ਕਿ ਹੁਕਮ ਹੋਵੇਗਾ ਪ੍ਰਭੂ ਦਾ। ਪਰ ਫਿਰ ਲੱਗਦਾ ਕਿ ਮੈਂ ਆਪਣੇ ਆਪ ਨੂੰ ਧੋਖਾ ਤਾਂ ਨਹੀਂ ਦੇ ਰਿਹਾ। ਇਸ ਪ੍ਰਸ਼ਨ ਵਿੱਚ ਬਹੁਤ ਸਾਰੀਆਂ ਗੱਲਾਂ ਸਮਝਣ ਯੋਗ ਹਨ। ਪਹਿਲੀ ਤਾਂ ਗੱਲ ਇਹ ਹੈ ਵੀ ਗੁਰੂ ਤੁਸੀਂ ਧਾਰਨ ਕੀਤਾ ਹੈ, ਇਹ ਤੁਹਾਡੇ ਵੱਲੋਂ ਖਿਆਲ ਹੈ। ਆਪਣੇ ਵੱਲੋਂ ਤਾਂ ਕੋਈ ਵੀ ਖਿਆਲ ਕਰ ਸਕਦਾ। ਕਿਸੇ ਨੂੰ ਸ਼ਬਦ ਚੰਗੇ ਲੱਗਦੇ ਹਨ, ਪਿਆਰੇ ਲੱਗਦੇ ਹਨ, ਤਾਂ ਉਹਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਹਨ, ਤਾਂ ਉਹ ਸੋਚ ਸਕਦਾ ਹੈ। ਅਤੇ ਗੁਰੂ ਤੁਹਾਡੀ ਸਵੀਕ੍ਰਿਤੀ 'ਤੇ ਨਿਰਭਰ ਨਹੀਂ ਹੈ, ਸਿਰਫ ਇਹ ਖਿਆਲ ਵਿੱਚ ਰੱਖੋ। ਕਿਉਂਕਿ ਤੁਸੀਂ ਤਾਂ ਜਣੇ ਖਣੇ ਨੂੰ ਹੀ ਗੁਰੂ ਬਣਾ ਲੈਂਦੇ ਹੋ। ਗੁਰੂ ਦਾ ਕੀ ਅਰਥ ਹੈ ਪਹਿਲਾਂ ਸਮਝੋ। ਸੰਸਾਰਿਕ ਗੁਰੂ ਨੂੰ ਤਾਂ ਤੁਸੀਂ ਸਮਝਦੇ ਹੋ, ਸ਼ਿਕਸ਼ਕ ਹੈ, ਪਰ ਉਹ ਵੀ ਤਾਂ ਹੀ ਗੁਰੂ ਬਣਦਾ ਹੈ ਜੇ ਤੁਸੀਂ ਕਹਿਣਾ ਮੰਨੋ। ਤਾਂ ਹੁਣ ਸ਼ਿਕਸ਼ਕ ਦਾ ਕਹਿਣਾ ਹੀ ਨਾ ਮੰਨੇ ਵਿਦਿਆਰਥੀ, ਤਾਂ ਗੁਰੂ ਬਣਦਾ ਥੋੜ੍ਹੀ ਹੈ। ਆਮ ਸਧਾਰਨ ਸੰਸਾਰ ਦੇ ਵਿੱਚ ਵੀ ਅਗਰ ਕੁਛ ਸਿੱਖਣਾ ਹੈ ਕਿਸੇ ਕੋਲ, ਤਾਂ ਉਹਦਾ ਕਹਿਣਾ ਮੰਨਣਾ ਪੈਂਦਾ ਹੈ। ਫਿਰ ਵੀ ਉਹ ਸੰਸਾਰੀ ਹੈ, ਅਤੇ ਜਿਹੜੇ ਲੈਵਲ 'ਤੇ ਉਹ ਤੁਹਾਨੂੰ ਸ਼ਿਕਸ਼ਿਤ ਕਰਨਾ ਚਾਹੁੰਦਾ ਹੈ, ਜਿਹੜੇ ਢੰਗ ਨਾਲ ਕਰਨਾ ਚਾਹੁੰਦਾ ਹੈ, ਉਹ ਗੱਲਾਂ ਮਨਾਉਂਦਾ ਹੈ। ਸਾਰੀਆਂ ਜੀਵਨ ਦੀਆਂ ਗੱਲਾਂ ਨਹੀਂ ਮਨਾਉਂਦਾ ਹੈ। ਪਰ ਜਿਹੜਾ ਅਧਿਆਤਮਿਕ ਗੁਰੂ ਹੈ ਨਾ, ਉੱਥੇ ਇਹ ਨਹੀਂ ਹੈ ਵੀ ਤੁਸੀਂ ਕੁਛ ਕੁ ਉਹਨਾਂ ਦੀ ਗੱਲ ਮੰਨੋ, ਕੁਛ ਨਾ ਮੰਨੋ। ਉੱਥੇ ਤਾਂ ਟੋਟਲ ਹੀ ਆਪਣੀ ਮਰਜ਼ੀ ਛੱਡਣੀ ਹੈ, ਤਾਂ ਸੰਬੰਧ ਜੁੜਦਾ ਹੈ। ਖਿਆਲ ਵਿੱਚ ਰੱਖੋ, ਕਿਉਂਕਿ ਅੰਤਰੀਵ ਸੰਬੰਧ ਹੈ। ਅੰਤਰੀਵ ਸੰਬੰਧ ਉਦੋਂ ਹੀ ਬਣਦਾ ਹੈ ਜਦੋਂ ਤੁਸੀਂ ਆਪਣੀ ਮਰਜ਼ੀ ਛੱਡਦੇ ਹੋ। ਜਿਹਦੇ ਕੋਲ ਖਿਆਲ ਵਿੱਚ ਰੱਖੋ, ਫਿਰ ਸਧਾਰਨ ਤਾਂ ਹੈ। ਤੁਸੀਂ ਜ਼ਿਆਦਾਤਰ ਲੋਕ ਜਿਹੜੇ ਹਨ, ਭਾਵੇਂ ਧਾਰਮਿਕ ਵੀ ਹਨ, ਉਹਨੂੰ ਗੁਰੂ ਬਣਾਉਣਾ ਪਸੰਦ ਕਰਦੇ ਹਨ ਜਿੱਥੇ ਪੂਰੀ ਮਰਜ਼ੀ ਛੱਡਣੀ ਨਾ ਪਵੇ। ਖਿਆਲ ਵਿੱਚ ਰੱਖੋ, ਜਿਵੇਂ ਸਿੱਖ ਹਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਬਣਾ ਲੈਂਦੇ ਹਨ। ਆਪਣੀ ਮਰਜ਼ੀ ਛੱਡਣ ਦੀ ਲੋੜ ਹੀ ਨਹੀਂ, ਉਹ ਕੁਛ ਕਹਿ ਹੀ ਨਹੀਂ ਰਹੇ ਹਨ। ਮੱਥਾ ਟੇਕ ਲਿਆ, ਪਾਠ ਪੂਜਾ ਕਰ ਲਈ,
ਤੇ ਜਾਂ ਸਧਾਰਨ ਜਿਹੜੇ ਗੁਰੂ ਹਨ ਸੰਸਾਰ ਦੇ ਵਿੱਚ ਫਸੇ ਹੋਏ, ਜਿਹੜੇ ਕਹਿੰਦੇ ਹਨ ਖੂਬ ਧੰਦਾ ਕਰੋ, ਖੂਬ ਮਿਹਨਤ ਕਰੋ, ਕਾਮਯਾਬੀ, ਉਹ ਸਗੋਂ ਤੁਹਾਡੀ ਮਰਜ਼ੀ ਪੂਰੀ ਕਰਨ ਦੇ ਵਿੱਚ ਲੱਗਦੇ ਹਨ। ਬਹੁਤੇ ਸੰਸਾਰੀ ਗੁਰੂ ਕੀ ਕਰਦੇ ਹਨ, ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਹਨ ਨਾ ਭਗਤ ਸਾਧਕ, ਉਹ ਉਹਨਾਂ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਰਹਿੰਦੇ ਹਨ, ਉਹਨਾਂ ਦੇ ਮਨ ਖੁਸ਼ ਕਰਦੇ ਰਹਿੰਦੇ ਹਨ। ਕੱਲ੍ਹ ਜਿਵੇਂ ਕਿਹਾ ਸੀ, ਅਤੇ ਤੁਸੀਂ ਜ਼ਿਆਦਾਤਰ ਸਾਧਕ ਉੱਥੇ ਹੀ ਜੁੜਦੇ ਹਨ ਜਿਵੇਂ ਬਿਆਸਾ ਵਾਲੇ ਹਨ। ਉਹਨਾਂ ਕੋਲ ਕਿਉਂ ਜੁੜਦੇ ਹਨ? ਸਿਰਫ ਮੰਤਰ ਦੇ ਦਿੱਤਾ ਕੰਨ ਦੇ ਵਿੱਚ, ਕੋਈ ਸ਼ਬਦ ਦੇ ਦਿੱਤਾ, ਜਪ ਲਿਆ ਕਰੋ ਸਵੇਰੇ ਸ਼ਾਮ, ਬਾਕੀ ਠੀਕ ਠਾਕ ਹੈ, ਜੋ ਮਰਜ਼ੀ ਕਰੋ। ਮਰਜ਼ੀ ਛੱਡਣੀ ਨਹੀਂ ਪੈਂਦੀ, ਕੁਛ ਤਿਆਗਣਾ ਨਹੀਂ ਪੈਂਦਾ, ਅਤੇ ਜਿੰਨਾ ਕੁ ਤੁਸੀਂ ਤਿਆਗ ਕਰਦੇ ਹੋ ਉਹਨਾਂ ਕੁ ਪਾਉਂਦੇ ਹੋ। ਮਨ ਜਿਹੜਾ ਹੈ ਨਾ, ਉੱਥੇ ਕਦੇ ਜਾਣਾ ਸਵੀਕਾਰ ਨਾ ਕਰੇਗਾ ਜਿੱਥੇ ਮਿਟਣਾ ਹੋਵੇ। ਮਨ ਬਚਦਾ ਹੈ, ਮਨ ਆਪਣੇ ਆਪ ਨੂੰ ਬਚਾਉਂਦਾ ਹੈ, ਅਤੇ ਮਨ ਨੂੰ ਹੀ ਮਾਰਨਾ ਹੈ ਗੁਰੂ ਨੇ। ਗੁਰੂ ਦਾ ਅਰਥ ਹੈ ਗੁਰੂ, ਜਿਹੜਾ ਸੰਸਾਰ ਰੂਪੀ ਅੰਧੇਰੇ ਤੋਂ ਤੁਹਾਨੂੰ ਕੱਢ ਕੇ ਪਰਮਾਤਮਾ ਰੂਪ ਪ੍ਰਕਾਸ਼ ਵਿੱਚ ਲੈ ਕੇ ਜਾਂਦਾ। ਪਰ ਸੰਸਾਰ ਰੂਪ ਅੰਧੇਰੇ ਨਾਲ ਤੁਸੀਂ ਜੁੜਦੇ ਹੋ। ਹੁਣ ਜਿਹੜੇ ਤੁਸੀਂ ਗੁਰੂ ਬਣਾਉਂਦੇ ਹੋ, ਖਿਆਲ ਵਿੱਚ ਲਓ, ਗੁਰੂ ਦਾ ਮਤਲਬ ਕੀ ਹੈ? ਵੀ ਜੇ ਤਾਂ ਕਹਿਣਾ ਮੰਨਦੇ ਹੋ, ਪਹਿਲਾ ਗੁਰੂ ਤਾਂ ਤੁਹਾਡਾ ਮਨ ਹੀ ਹੈ, ਉਹਦਾ ਹੀ ਤੁਸੀਂ ਕਹਿਣਾ ਮੰਨਦੇ। ਜ਼ਿਆਦਾਤਰ ਲੋਕ ਆਪਣੀ ਮਰਜ਼ੀ ਕਰਦੇ ਹਨ, ਅਤੇ ਮਨ ਦਾ ਜੇ ਕਹਿਣਾ ਮੰਨੋਗੇ ਤਾਂ ਮਨ ਜਾ ਕਿੱਧਰ ਰਿਹਾ ਹੈ? ਮਨ ਮਿਟਣਾ ਥੋੜ੍ਹੀ ਚਾਹੁੰਦਾ ਹੈ। ਮਨ ਦੀ ਮਰਜ਼ੀ ਕਰਨ ਵਾਲਾ ਹੀ ਮਨ ਨੂੰ ਬਲਵਾਨ ਕਰਦਾ ਹੈ। ਖਿਆਲ ਵਿੱਚ ਰੱਖ, ਮਨ ਦੇ ਪਿੱਛੇ ਚੱਲਣ ਵਾਲਾ ਹੀ ਮਨ ਨੂੰ ਹੋਰ ਤਕੜਾ ਕਰ ਲੈਂਦਾ ਹੈ। ਆਪਣੀ ਮਰਜ਼ੀ ਕਰਨੀ ਜਾਂ ਮਨ ਦੀ ਮਰਜ਼ੀ ਕਰਨੀ ਜਾਂ ਕਿਸੇ ਹੋਰ ਦੇ ਪਿੱਛੇ ਲੱਗਾ ਹੋਇਆ ਹੈ, ਉਹਦੀ ਮਰਜ਼ੀ ਦੇ ਮੁਤਾਬਕ ਜੀ ਰਿਹਾ। ਜਿਵੇਂ ਘਰਾਂ ਦੇ ਵਿੱਚ ਵੀ ਕੋਈ ਘਰ ਵਾਲੀ ਦੀ ਮਰਜ਼ੀ ਦੇ ਮੁਤਾਬਕ ਜੀਂਦਾ ਹੈ, ਕੋਈ ਘਰ ਵਾਲੇ ਦੀ ਮਰਜ਼ੀ ਦੇ ਮੁਤਾਬਕ ਜੀ ਰਹੀ ਹੈ, ਬੱਚੇ ਮਾਤਾ ਪਿਤਾ ਦੀ ਮਰਜ਼ੀ ਦੇ ਮੁਤਾਬਕ ਜੀਂਦੇ ਹਨ, ਜਾਂ ਕਿਸੇ ਹੋਰ ਮਰਜ਼ੀ ਦੇ ਮੁਤਾਬਕ ਕੋਈ ਜੀ ਰਿਹਾ ਹੈ। ਕਿਸੇ ਨਾ ਕਿਸੇ ਦੀ ਮਰਜ਼ੀ ਪੂਰੀ ਕਰਦੇ ਹੋ ਤੁਸੀਂ, ਜੀਂਦੇ ਤੇ ਉਹ ਹੀ। ਗੁਰੂ ਤੇ ਹੈ ਨਹੀਂ ਤੁਹਾਡੇ ਚਾਰ ਚੁਫੇਰੇ, ਕਿਸੇ ਦਾ ਕਹਿਣਾ ਮੰਨਦੇ ਹੀ ਹੋ, ਨਹੀਂ ਤਾਂ ਆਪਣੇ ਮਨ ਦਾ ਹੀ ਮੰਨ ਰਹੇ ਹੋ। ਮਨ ਹੀ ਤੁਹਾਡਾ ਗੁਰੂ ਹੈ, ਅਤੇ ਜੇ ਮਨ ਨੂੰ ਗੁਰੂ ਬਣਾ ਲਿਆ ਤੁਸੀਂ, ਤਾਂ ਫਿਰ ਪਹੁੰਚੋਗੇ ਕਿੱਥੇ? ਫਿਰ ਤਾਂ ਮਨ ਸੰਸਾਰ ਦੇ ਵਿੱਚ ਹੀ ਲਾਵੇਗਾ ਨਾ, ਅਤੇ ਲਾ ਰਿਹਾ ਹੈ। ਤੁਸੀਂ ਤਾਂ ਇਹ ਕਹਿ ਰਹੇ ਹੋ ਨਾ ਵੀ ਤੁਹਾਡੇ ਸਰੀਰ ਛੱਡਣ ਤੋਂ ਬਾਅਦ ਸਾਨੂੰ ਕੋਈ ਗੁਰੂ ਹੋਰ ਧਾਰਨ ਕਰਨਾ ਪਵੇਗਾ। ਨਹੀਂ, ਹਾਲੇ ਕੀਤਾ ਨਹੀਂ ਹੈ ਗੁਰੂ ਧਾਰਨ। ਤੁਸੀਂ ਖਿਆਲ ਕਰੋ, ਤੁਸੀਂ ਆਪਣੀ ਮਨ ਮਰਜ਼ੀ ਕਰ ਰਹੇ ਹੋ, ਅਤੇ ਥੱਲੇ ਜੋ ਲਿਖਿਆ ਹੈ ਨਾ, ਤੁਸੀਂ ਪਰ ਕਦੇ ਕਦੇ ਸਭ ਛੱਡ ਕੇ ਨਿਸ਼ਚਿੰਤ ਹੋ ਜਾਣਾ ਕਿ ਇਹ ਪ੍ਰਭੂ ਦਾ ਹੁਕਮ ਹੀ ਹੋਵੇਗਾ। ਇਹ ਤੁਹਾਡੀ ਮਨ ਦੀ ਮਰਜ਼ੀ ਹੈ। ਜਿੰਨਾ ਚਿਰ ਤੁਸੀਂ ਮਨ ਦੇ ਪਿੱਛੇ ਲੱਗੋਗੇ ਨਾ, ਓਨਾ ਚਿਰ ਤੁਹਾਨੂੰ ਮਨ ਸੰਸਾਰ ਵਿੱਚ ਫਸਾਉਂਦਾ ਹੈ, ਅਤੇ ਮਨ ਸਹਾਰਾ ਲੈਂਦਾ ਹੈ ਬਚਣ ਦਾ। ਇਹ ਬਚਣ ਦਾ ਸਹਾਰਾ ਹੈ। ਹੁਣ ਦੇਖੋ ਤੁਸੀਂ, ਧਾਰਮਿਕ ਲੋਕ ਜਿਹੜੇ ਹਨ ਜ਼ਿਆਦਾਤਰ ਚਲਾਕ ਹੋ ਜਾਂਦੇ ਹਨ ਅਧਾਰਮਿਕ ਲੋਕਾਂ ਨਾਲ। ਉਹ ਕਿਵੇਂ? ਤੁਸੀਂ ਖਿਆਲ ਕਰੋ, ਆਹ ਹੈ ਜੋ ਇਹਨਾਂ ਨੇ ਕਿਹਾ ਹੈ ਵੀ ਸਭ ਕੁਛ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੋ ਰਿਹਾ ਹੈ, ਸਾਡੇ ਵੱਸ ਦੀ ਤਾਂ ਕੋਈ ਗੱਲ ਨਹੀਂ, ਉਹ ਹੀ ਕਰਵਾ ਰਿਹਾ। ਇਹਦਾ ਕੀ ਮਤਲਬ ਹੈ? ਵੀ ਕਰ ਤੇ ਤੁਸੀਂ ਆਪਣੀ ਮਰਜ਼ੀ ਰਹੇ ਹੋ, ਚੱਲ ਰਹੇ ਹੋ ਆਪਣੇ ਮਨ ਦੇ ਪਿੱਛੇ, ਅਤੇ ਮਨ ਨੂੰ ਖੁਸ਼ ਕਰਨ ਵਾਸਤੇ ਤੁਸੀਂ ਇਹ
ਪਰਮ ਪੁਰਖਾਂ ਦੀ ਬਾਣੀ ਦਾ ਸਹਾਰਾ ਲੈ ਲੈਂਦੇ ਹੋ। ਇਹ ਅਵੱਗਿਆ ਹੈ ਉਹਨਾਂ ਦੇ ਸ਼ਬਦਾਂ ਦੀ, ਖਿਆਲ ਵਿੱਚ ਰੱਖੋ। ਬਾਬੇ ਨਾਨਕ ਦੇ ਉਪਦੇਸ਼ ਦੀ ਬਹੁਤ ਜ਼ਿਆਦਾ ਅਵੱਗਿਆ ਹੋ ਰਹੀ ਹੈ, ਕਿਉਂਕਿ ਉਹਨਾਂ ਨੂੰ ਪੜ੍ਹ ਰਹੇ ਹਨ ਉਹ ਜਿਹੜੇ ਸੰਸਾਰ ਨਾਲ ਜੁੜੇ ਹੋਏ ਹਨ ਅਤੇ ਸੰਸਾਰ ਦੇ ਨਾਲ ਜੁੜਨਾ ਚਾਹੁੰਦੇ ਹਨ। ਉਹ ਵਰਤਦੇ ਹਨ ਉਹਨਾਂ ਦੇ ਸ਼ਬਦਾਂ ਨੂੰ। ਇਹ ਸ਼ਬਦ ਧਾਰਮਿਕ ਹਨ, ਪਰਮਾਤਮਾ ਨਾਲ ਜੁੜਨ ਵਾਸਤੇ ਹਨ, ਸੰਸਾਰ ਨਾਲ ਥੋੜ੍ਹੀ। ਹੁਣ ਕੋਈ ਸੰਸਾਰ ਨਾਲ ਜੁੜ ਰਿਹਾ ਹੈ, ਸੰਸਾਰ ਦੀ ਵਾਸ਼ਨਾ ਹੈ, ਸੰਸਾਰ ਦੀ ਚਾਹ, ਤਾਂ ਸੰਸਾਰ ਵੱਲ ਨੂੰ ਜਾ ਰਿਹਾ, ਮਨ ਵੀ ਉਹਦਾ ਕਰਦਾ ਹੈ ਹੋਰ ਮਜ਼ੇ ਲਵਾਂ ਸੰਸਾਰ ਵਿੱਚ। ਤੋਂ ਮਜ਼ੇ ਲੈਣ ਕਰਕੇ ਹੀ ਉਹ ਇਹ ਸ਼ਬਦਾਂ ਦਾ ਵੀ ਉਪਯੋਗ ਕਰ ਲੈਂਦਾ ਹੈ ਵੀ ਪਰਮਾਤਮਾ ਹੀ ਚਲਾ ਰਿਹਾ ਹੈ, ਹੁਕਮ ਅਨੁਸਾਰ ਹੀ ਹੋ ਰਿਹਾ। ਸਾਡੇ ਵੱਸ ਦੀ ਥੋੜ੍ਹੀ ਗੱਲ ਹੈ, ਅਸੀਂ ਉਹਦੀ ਰਜਾ ਵਿੱਚ ਹੀ ਚੱਲ ਰਹੇ ਅਤੇ ਫਸ ਰਿਹਾ ਹੈ ਸੰਸਾਰ ਵਿੱਚ। ਖਿਆਲ ਕਰੋ ਤੁਸੀਂ। ਫਿਰ ਪਹਿਲ ਤਾਂ ਤੁਸੀਂ ਕਹਿੰਦੇ ਰਹੋਗੇ, ਜਦੋਂ ਜ਼ਿਆਦਾ ਫਸ ਜਾਓਗੇ ਨਾ ਬਾਅਦ ਦੇ ਵਿੱਚ ਤੜਫੋਗੇ। ਜਦੋਂ ਜ਼ਿਆਦਾ ਫਸ ਜਾਓਗੇ ਫਿਰ ਤੜਫੋਗੇ ਹੀ ਨਾ, ਨਿਕਲ ਨਹੀਂ ਸਕੋਗੇ। ਫਿਰ ਤੁਹਾਨੂੰ ਪਤਾ ਲੱਗੂਗਾ ਵੀ ਅਸੀਂ ਆਪਣੀ ਮਰਜ਼ੀ ਕੀਤੀ ਸੀ। ਜਿਵੇਂ ਕਹਿੰਦੇ ਕਿਸੇ ਫਕੀਰ ਕੋਲ ਇੱਕ ਮਾਈ ਆਪਣੇ ਬੱਚੇ ਨੂੰ ਲੈ ਕੇ ਗਈ ਵੀ ਇਹ ਚੋਰੀਆਂ ਬਹੁਤ ਕਰਦਾ ਹੈ, ਵੀ ਇਹਨੂੰ ਮੈਂ ਬਹੁਤ ਵਾਰ ਹਟਾਇਆ ਹੈ ਵੀ ਤੂੰ ਫੜਿਆ ਜਾਵੇਂਗਾ, ਪਰ ਇਹ ਮੰਨਦਾ ਨਹੀਂ। ਸਾਧੂ ਨੇ ਵੀ ਸਮਝਾਇਆ ਉਸ ਫਕੀਰ ਨੇ ਵੀ ਨਾ ਕਰਿਆ ਕਰ ਤੂੰ ਚੋਰੀ, ਇਹਦਾ ਨਤੀਜਾ ਮਾੜਾ ਹੋਵੇਗਾ। ਕਹਿੰਦਾ ਨਾ ਜੀ ਨਾ, ਮੈਂ ਥੋੜ੍ਹੀ ਕਰਦਾ, ਪਰਮਾਤਮਾ ਕਰਾ ਰਿਹਾ। ਹੁਣ ਪਰਮਾਤਮਾ ਧੰਦੇ ਲਾਉਂਦਾ, ਜਿਹੜੇ ਕਿੱਤੇ ਲਾਵੇ ਪਰਮਾਤਮਾ ਉਹ ਕਿੱਤਾ ਕਰਨਾ ਹੈ। ਇਹੋ ਹੀ ਤਰਕ ਦਿੰਦੇ ਹਨ ਨਾ ਸੰਸਾਰੀ ਲੋਕ ਵੀ ਪਰਮਾਤਮਾ ਨੇ ਲਾਇਆ ਹੈ ਕਿੱਤੇ, ਜੇ ਚੋਰੀ ਦੇ ਕਿੱਤੇ ਵਿੱਚ ਲਾਇਆ ਤਾਂ ਉਹਨੇ ਲਾਇਆ ਹੈ ਨਾ, ਸਾਡੇ ਵੱਸ ਦੀ ਗੱਲ ਥੋੜ੍ਹੀ। ਇਹੋ ਹੀ ਤਰਕ ਉਹਨੇ ਦਿੱਤਾ। ਪਰ ਕੀ ਹੋਇਆ, ਇੱਕ ਦਿਨ ਉਹ ਫੜਿਆ ਗਿਆ ਅਤੇ ਸਵੇਰ ਦਾ ਵਕਤ ਹੈ ਤਾਂ ਉਹਨੂੰ ਇੱਕ ਦਰਖਤ ਦੇ ਟਾਹਣੇ ਨਾਲ ਪੁੱਠਾ ਲਟਕਾਇਆ ਹੋਇਆ ਅਤੇ ਕੁੱਟ ਪੈ ਰਹੀ ਹੈ। ਅਤੇ ਦੂਰੋਂ ਦੇਖਿਆ ਉਹਨੇ ਉਸ ਫਕੀਰ ਨੂੰ ਆਉਂਦੇ ਹੋਇਆ, ਉੱਚੀ ਉੱਚੀ ਉਹਨੇ ਦੁਹਾਈਆਂ ਪਾਈਆਂ, ਬਾਬਾ ਜੀ ਬਚਾਓ ਮੈਨੂੰ, ਕਿਰਪਾ ਕਰੋ, ਮੈਂ ਤੁਹਾਡਾ ਕਹਿਣਾ ਨਹੀਂ ਮੰਨਿਆ, ਮਿਹਰ ਕਰੋ। ਉਹ ਕਹਿੰਦਾ ਮੈਂ ਇੰਨੀ ਹੀ ਗੱਲ ਕਹਿਣੀ ਚਾਹੁੰਦਾ ਹਾਂ ਵੀ ਇਹ ਵੀ ਪਰਮਾਤਮਾ ਹੀ ਪਾ ਰਿਹਾ ਹੈ ਕੁੱਟ, ਇਹਨੂੰ ਵੀ ਸਵੀਕਾਰ ਕਰ। ਹੁਣ ਮਿੱਠਾ ਮਿੱਠਾ ਅਤੇ ਤੂੰ ਖਾਵੇਂ ਅਤੇ ਕੌੜਾ ਕਵੇਂ ਨਾ ਮਿਲੇ, ਨਹੀਂ ਕੌੜਾ ਵੀ ਨਾਲ ਹੀ ਖਾਣਾ ਪਊਗਾ। ਇਹ ਕੁੱਟ ਵੀ ਉਹੋ ਹੀ ਪਵਾ ਰਿਹਾ। ਯਾਦ ਕਰ, ਤੂੰ ਕਿਹਾ ਹੈ ਨਾ ਪਰਮਾਤਮਾ ਹੀ ਕਰਵਾ ਰਿਹਾ ਹੈ। ਅਤੇ ਸੰਸਾਰ ਵਿੱਚ ਜਿਹੜਾ ਫਸੇਗਾ ਤਾਂ ਦੁੱਖ ਵੀ ਪਾਵੇਗਾ ਨਾ। ਜਿੰਨਾ ਫਸੇਗਾ ਓਨਾ ਦੁਖੀ ਹੋਵੇਗਾ। ਅਤੇ ਸੰਸਾਰ ਵਿੱਚ ਫਸਣਾ ਹੀ, ਸੰਸਾਰ ਦਾ ਧਿਆਨ ਕਰਨਾ ਹੀ, ਸੰਸਾਰ ਦਾ ਚਿੰਤਨ ਕਰਨਾ ਹੀ ਮਨ ਨੂੰ ਬਲਵਾਨ ਕਰਨਾ ਹੈ। ਅਤੇ ਮਨ ਚਾਹੁੰਦਾ ਹੈ ਸੰਸਾਰ ਵਿੱਚ ਜਾਣਾ, ਅਤੇ ਸੰਸਾਰ ਵਿੱਚ ਜਾਣ ਵਾਸਤੇ ਵੀ ਉਹ ਧਾਰਮਿਕ ਉਪਦੇਸ਼ ਦਾ ਸਹਾਰਾ ਲੈਂਦਾ ਹੈ। ਫਿਰ ਖਿਆਲ ਵਿੱਚ ਲਿਓ, ਜ਼ਿਆਦਾਤਰ ਧਾਰਮਿਕ ਲੋਕ, ਮੈਨੂੰ ਕਈ ਵਾਰ ਬਹੁਤ ਹੀ ਹੈਰਾਨਗੀ ਹੁੰਦੀ ਹੈ ਵੀ ਐਸਾ ਪਿਆਰਾ ਉਪਦੇਸ਼ ਬਾਬੇ ਨਾਨਕ ਦਾ, ਅਤੇ ਵਰਤ ਰਹੇ ਹਨ ਸੰਸਾਰ ਵਾਸਤੇ, ਜਾ ਰਹੇ ਹਨ ਸੰਸਾਰ ਵੱਲ। ਜ਼ਿਆਦਾਤਰ ਪ੍ਰਚਾਰਕ ਵੀ, ਸਾਧੂ ਮਹਾਤਮਾ ਵੀ ਕਹਿਣਗੇ ਪਰਮਾਤਮਾ ਕਰਾ ਰਿਹਾ, ਉਹਦੇ ਹੁਕਮ ਅਨੁਸਾਰ ਹੋ ਰਿਹਾ, ਉਹਨੇ ਡਿਊਟੀਆਂ ਲਾਈਆਂ ਹੋਈਆਂ। ਨਹੀਂ, ਡਿਊਟੀਆਂ ਉਹਨੇ ਨਹੀਂ ਲਾਈਆਂ, ਤੁਹਾਡੀ ਮਨ ਦੀ ਚਾਹਤ ਹੈ, ਤੁਸੀਂ ਪੂਰੀ ਕਰ ਰਹੇ ਹੋ। ਅਤੇ ਜਿੰਨਾ ਚਿਰ ਤੁਸੀਂ ਇਹਨਾਂ ਸ਼ਬਦਾਂ ਦਾ ਸਹਾਰਾ ਲੈ ਕੇ ਚੱਲਦੇ ਰਹੋਗੇ ਨਾ, ਉਨਾ ਚਿਰ ਤੁਸੀਂ ਮੁਕਤ ਨਹੀਂ ਹੋ ਸਕਦੇ, ਤੁਸੀਂ ਸੰਸਾਰ 'ਚ ਹੀ ਫਸੋਗੇ। ਇਹ ਮੈਂ ਅਕਸਰ ਕਹਿਣਾ ਹੁੰਦਾ ਹਾਂ ਵੀ ਚੰਗਾ ਵੈਦ, ਸ੍ਰੇਸ਼ਟ ਵੈਦ ਜ਼ਹਿਰ ਨੂੰ ਵੀ ਦਵਾਈ ਬਣਾ ਲੈਂਦਾ, ਪਰ ਬੇਸਮਝ ਵੈਦ, ਮੂਰਖ ਵੈਦ ਦਵਾਈ ਨੂੰ ਵੀ ਜ਼ਹਿਰ ਬਣਾ ਦਿੰਦਾ ਹੈ।
ਇਹ ਦਵਾ ਹੈ ਪ੍ਰਭੂ ਪਿਆਰਿਆਂ ਤੇ ਉਪਦੇਸ਼। ਪਰ ਇਹ ਪੰਡਤਾਂ ਦੇ ਹੱਥ 'ਚ, ਪੜ੍ਹਿਆ ਲਿਖਿਆ ਦੇ ਹੱਥ 'ਚ, ਸੰਸਾਰੀਆਂ ਦੇ ਹੱਥ ਦੇ ਵਿੱਚ ਪੈ ਕੇ ਨਾ ਇਹ ਜ਼ਹਿਰ ਦਾ ਕੰਮ ਕਰ ਰਹੇ ਹਨ। ਉਪਦੇਸ਼ ਉਹੋ ਹੀ ਹੈ। ਇਹਨਾਂ ਉਪਦੇਸ਼ਾਂ ਦੁਆਰਾ ਵੀ ਲੋਕ ਫਸ ਰਹੇ ਹਨ। ਦੇਖੋ ਕਮਾਲ ਦੀ ਗੱਲ, ਸਹਾਰਾ ਲੈ ਲੈਂਦੇ ਹਨ ਨਾ ਫਸਣ ਦਾ। ਹੁਣ ਇਹਨੇ ਵੀ, ਮਿੱਤਰ ਪਿਆਰੇ ਨੇ ਵੀ ਸਹਾਰਾ ਲੈ ਲਿਆ ਵੀ ਕਹਿ ਰਿਹਾ ਹੈ ਵੀ ਮੈਂ ਸੰਸਾਰ ਵਿੱਚ ਫਸਦਾ ਜਾ ਰਿਹਾ। ਸੰਸਾਰ ਵਿੱਚ ਰੁਚੀ ਜ਼ਿਆਦਾ ਵੱਧ ਰਹੀ ਹੈ ਅਤੇ ਫਸ ਰਿਹਾ ਹੈ ਸੰਸਾਰ ਵਿੱਚ। ਅਤੇ ਥੱਲੇ ਲਿਖਿਆ ਹੈ ਵੀ ਨਿਸ਼ਚਿੰਤ ਹੋ ਜਾਣਾ ਇਹ ਸੋਚ ਕੇ ਵੀ ਇਹ ਵੀ ਪ੍ਰਭੂ ਕਰਵਾ ਰਿਹਾ। ਦੇਖੋ ਮਨ ਨੂੰ ਸ਼ਾਂਤਵਨਾ ਮਿਲ ਗਈ, ਮਨ ਪ੍ਰਸੰਨ ਹੋ ਗਿਆ। ਅਗਲੇ ਦਿਨ ਫਿਰ ਸੰਸਾਰ ਦੇ ਵਿੱਚ ਦੌੜਨ ਵਾਸਤੇ ਕਾਇਮ ਹੋ ਜਾਊਗਾ ਵੀ ਚੱਲ ਯਾਰਾ ਹੁਣ ਫਿਰ ਦੌੜੀਏ, ਚੱਲੀਏ, ਫਿਰ ਕਮਾਈਏ ਧਨ। ਅਤੇ ਮਨ ਕਿੰਨਾ ਚਲਾਕ ਹੈ। ਇਸੇ ਕਰਕੇ ਹੀ ਮਨ ਕੋ ਛੁਟਕਾਰਾ ਆਪਣੇ ਆਪ ਤੁਸੀਂ ਪਾ ਨਹੀਂ ਸਕਦੇ। ਖਿਆਲ ਵਿੱਚ ਵੀ ਰੱਖਿਓ, ਅਗਰ ਮੁਕਤੀ ਆਪਣੇ ਆਪ ਹੀ ਮਿਲ ਗਈ ਹੁੰਦੀ ਤੇ ਪੁਰਾਣੇ ਸਮਿਆਂ 'ਚ ਜਗਿਆਸੂ ਪਿਆਸੇ ਉਹ ਪ੍ਰਭੂ ਪਿਆਰਿਆਂ ਕੋਲ ਕਿਉਂ ਜਾਂਦੇ, ਕਿਉਂ ਭਾਲ ਕਰਦੇ ਉਹਨਾਂ ਦੀ, ਕਿਉਂ ਉਹਨਾਂ ਦੇ ਚਰਨਾਂ 'ਚ ਸਿਰ ਰੱਖਦੇ, ਕਿਉਂ ਛੱਡਦੇ ਸਭ ਕੁਛ ਜੇ ਆਪਣੇ ਆਪ ਹੀ ਮਿਲ ਗਿਆ ਹੁੰਦਾ। ਅਤੇ ਕਿਉਂ ਆਪਣੇ ਆਪ ਨੂੰ ਵੇਚਦੇ, ਕਿਉਂ ਨਿਸ਼ਾਵਰ ਕਰਦੇ, ਕੁਰਬਾਨ ਕਰਦੇ। ਕੁਰਬਾਨ ਹੀ ਕੀਤਾ ਨਾ ਪੰਜਾਂ ਪਿਆਰੇ ਨੇ, ਆਪਣੀ ਮਰਜ਼ੀ ਕੁਰਬਾਨ ਕੀਤੀ ਸੀ, ਮਰਜ਼ੀ ਛੱਡੀ ਸੀ ਨਾ, ਤਾਂ ਗੁਰੂ ਵਾਲੇ ਹੋਏ ਸੀ। ਸਿਰਫ ਕਕਾਰ ਪਾ ਕੇ ਗੁਰੂ ਵਾਲੇ ਥੋੜ੍ਹੀ ਹੋ ਗਏ ਸੀ। ਹੁਣ ਤਾਂ ਕਕਾਰ ਪਾ ਲਏ ਅਤੇ ਗੁਰੂ ਵਾਲੇ ਹੋ ਗਏ। ਮਰਜ਼ੀ ਛੱਡ ਕੇ ਗੁਰੂ ਵਾਲਾ ਹੋਣਾ। ਸਿਰ ਲਾਉਣ ਦਾ ਕੀ ਭਾਵ ਹੈ ਕਿ ਤੁਸੀਂ ਅੱਜ ਤੂੰ ਆਪਣੀ ਮਰਜ਼ੀ ਨਹੀਂ ਕਰਨੀ, ਹੁਣ ਗੁਰੂ ਦੀ ਮਰਜ਼ੀ ਚੱਲੂਗੀ। ਹੁਣ ਜਦੋਂ ਗੁਰੂ ਦੀ ਮਰਜ਼ੀ ਆ ਗਈ ਅਤੇ ਮੈਂ ਕਿੱਥੇ ਰਹੀ, ਮੈਂ ਨਹੀਂ ਰਹੀ ਅਤੇ ਮਨ ਨਹੀਂ ਰਿਹਾ। ਮਨ ਦੇ ਰਾਮ ਲਿਆ ਹੈ ਮੋਲ, ਕੰਚਨ ਸਿਉ ਪਾਈਏ ਨਹੀਂ ਤੋਲ।